ਸੁਣਨ ਵਾਲੇ ਜ਼ਿਆਦਾਤਰ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਨਾਲ ਪਿੱਛੇ ਜੁੜੇ ਸਨ ਤੇ ਜਿਹੜੇ ਬਹੁਤ ਗਹਿਰਾਈ ਨਾਲ ਜੁੜੇ ਸਨ ਉਹਨਾਂ ਤੇ ਉਹ ਜੋ ਬਾਹਰਲਾ ਧਰਮ ਹੈ ਨਾ, ਉਹਦੀ ਵਿਚਾਰਧਾਰਾ ਦਾ ਅਸਰ ਗਹਿਰਾ ਹੋਇਆ ਹੈ। ਤੇ ਜੈਸਾ ਵੀ ਉਹਨਾਂ ਨੇ ਸੁਣਿਆ ਹੈ, ਵਾਰ-ਵਾਰ ਸਮਝਿਆ ਹੈ, ਵੈਸੇ ਹੀ ਸੋਚ ਬਣ ਗਈ, ਖਿਆਲ ਬਣ ਗਿਆ। ਜਿਵੇਂ ਇਹ ਆਪਣਾ ਨਾਮ ਲਿਖਿਆ ਹੋਇਆ ਹੈ ਰਾਜਗਿੱਲ, ਕੁਛ ਦਿਨ ਪਹਿਲਾਂ ਇਹਨੇ ਕੁਛ ਰਿਕਾਰਡਿੰਗਾਂ ਸੁਣੀਆਂ ਸਨ ਨੈਟ ਦੇ ਉੱਪਰੋਂ, ਤੇ ਉੱਥੋਂ ਇਹ ਨੰਬਰ ਇਹਨੇ ਕਿਤਿਓਂ ਲੱਭਿਆ ਹੋਵੇਗਾ ਤੇ ਮੈਸੇਜ ਕੀਤੇ ਸਨ ਵੀ ਮੈਂ ਮਿਲਣਾ ਚਾਹੁੰਦਾ ਹਾਂ, ਨਹੀਂ ਗੱਲਬਾਤ ਕਰਨਾ ਚਾਹੁੰਦਾ ਹਾਂ। ਤੇ ਜਿੰਨੇ ਇੰਨੀ ਕੋਸ਼ਿਸ਼ ਕੀਤੀ ਹੋਵੇ ਉਹਦੇ ਨਾਲ ਫਿਰ ਗੱਲ ਤੇ ਕਰਨੀ ਬਣਦੀ ਹੀ ਹੈ ਨਾ। ਤੇ ਟੈਲੀਫੋਨ ਦੇ ਰਾਹੀਂ ਵੀ ਇਹਨੇ ਇਹੋ ਹੀ ਪੁੱਛਿਆ ਸੀ, ਐਸਾ ਹੀ ਵੀ ਸੁਰਤੀ ਕਿੱਥੇ ਲਾਉਣੀ ਹੈ, ਧਿਆਨ ਕਿੱਥੇ ਲਾਉਣਾ ਹੈ, ਕਿਵੇਂ ਟਿਕਾਉਣਾ ਹੈ। ਤੇ ਮੈਂ ਕਿਹਾ ਸੀ ਵੀ ਕੁਛ ਰਿਕਾਰਡਿੰਗਾਂ ਸੁਣੋ, ਹੌਲੀ ਹੌਲੀ ਤੁਹਾਨੂੰ ਸਮਝ ਵਿੱਚ ਆ ਜਾਵੇਗਾ। ਇਸ ਟੈਲੀਫੋਨ ਦੇ ਵਿੱਚ ਕੁਛ ਰਿਕਾਰਡਿੰਗਾਂ ਪਈਆਂ ਸਨ, ਉਹ ਮੈਂ ਭੇਜ ਦਿੱਤੀਆਂ। ਇਹਨੇ ਸੁਣੀਆਂ ਹਨ ਤੇ ਸੁਣ ਕੇ ਇੱਕ ਆਡੀਓ ਰਿਕਾਰਡਿੰਗ ਰਾਹੀਂ ਫਿਰ ਉਹ ਹੀ ਪਹਿਲਾ ਵਾਲਾ ਸਵਾਲ ਦੁਹਰਾਇਆ ਹੈ ਵੀ ਤੁਸੀਂ ਕਹਿੰਦੇ ਹੋ ਪਿਛਲਾ ਵੀ ਭੁੱਲ ਜਾਓ, ਅਗਲਾ ਵੀ ਭੁੱਲ ਜਾਓ, ਵੀ ਵਰਤਮਾਨ ਦੇ ਵਿੱਚ ਰਹਿਣਾ। ਪਰ ਵਰਤਮਾਨ 'ਚ ਰਹਿ ਕੇ ਕਰਨਾ ਕੀ ਹੈ, ਕਹਿੰਦਾ ਹੈ। ਹੁਣ ਗੱਲ ਵੀ ਠੀਕ ਹੈ ਇਹਦੀ, ਕਿਉਂਕਿ ਧਾਰਮਿਕ ਲੋਕ ਕਰਨ ਵਾਲੇ ਤੇ ਕਹਿੰਦੇ ਹਨ ਵੀ ਕੁਛ ਕਰੋ। ਧਿਆਨ ਕਿੱਥੇ ਟਿਕਾਉਣਾ ਹੈ, ਸੁਰਤ ਕਿੱਥੇ ਟਿਕਾਉਣੀ ਹੈ, ਕਹਿੰਦਾ ਕਲੀਅਰ ਕਰੋ, ਸਪਸ਼ਟ ਕਰੋ। ऐसा ही आदमी सोचता है ना। जो स्पष्ट होना है ना, ये समझ के थोड़ी हो जाना है। यह गल ख्याल विच रखण योग है। धार्मिक लोग सोचते हैं भी समझ के ही पता लग जाएगा सारी गल दा। भी समझ लिया भी पिछला छड्ड देना है, अगला छड्ड देना, छुट्टिया थोड़ी। समझ लिया भी वर्तमान च आना है, आए हो वर्तमान च पहला। ते वर्तमान च जिहड़ा आ जावे ना, ਉਹਨੂੰ ਫਿਰ ਪੁੱਛਣਾ ਨਹੀਂ ਪੈਂਦਾ ਹੈ ਕੀ ਕਰਨਾ ਹੈ,
ਤੇ ਤੁਸੀਂ ਸਮਝ ਦੇ ਤਲ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਇੱਧਰ ਕੁਛ ਸਮਝਾਇਆ ਥੋੜ੍ਹੀ ਜਾ ਰਿਹਾ ਹੈ। ਮੇਰੇ ਕੋਲ ਇੰਨੀ ਸਮਝ ਥੋੜ੍ਹੀ ਹੈ। ਤੁਸੀਂ ਖਿਆਲ ਕਰੋ, ਆਪੇ ਹੀ ਤੁਸੀਂ ਸਮਝ ਜਾਓਗੇ ਵੀ ਇਹ ਜੋ ਸਮਝ ਹੈ ਨਾ, ਇਸ ਸਰੀਰ ਦੇ ਨਾਲ ਲੱਗੀ ਹੋਈ, ਜਿਹੜੇ ਸਰੀਰ ਨਾਲ ਬੋਲ ਰਿਹਾ ਹਾਂ, ਇਸ ਸਮਝ ਦੁਆਰਾ ਸੰਸਾਰ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਹੈ। ਨਾ ਹੀ ਬਹੁਤਾ ਪੜ੍ਹਿਆ ਲਿਖਿਆ। ਤੇ ਜਦੋਂ ਪੜ੍ਹਿਆ ਲਿਖਿਆ ਹੀ ਕੁਝ ਨਹੀਂ ਤੇ ਕੰਮ ਕਾਰੋਬਾਰ ਵੀ ਕੁਝ ਨਹੀਂ, ਬਲਕਿ ਇੱਥੋਂ ਤੱਕ ਹੋਇਆ, ਤੁਸੀਂ ਹੈਰਾਨ ਹੋਵੋਗੇ ਕਿ ਮਾਤਾ ਪਿਤਾ ਨੇ ਛੋਟੀ ਉਮਰ 'ਚ ਹੀ ਮੰਗਣੀ ਕਰ ਦਿੱਤੀ। ਮਾਤਾ ਪਿਤਾ ਨੂੰ ਚਾਅ ਹੁੰਦਾ ਹੈ ਨਾ, ਬਹੂ ਆਵੇ ਘਰ। ਤੇ ਜੋ ਲੜਕੀ ਦਾ ਪਿਤਾ ਸੀ, ਉਹਨੇ ਮੈਨੂੰ ਦੇਖਿਆ ਕਈ ਵਾਰ, ਜ਼ਿਆਦਾਤਰ ਦੇਖਿਆ ਜੰਗਲ 'ਚ ਜਾਂਦੇ ਨੂੰ, ਜੰਗਲ ਤੋਂ ਵਾਪਸ ਆਉਂਦੇ। ਪੁੱਛਿਆ ਵੀ ਹੋਵੇਗਾ ਕਿਸੇ ਨੂੰ ਕਿ ਕਰਦਾ ਕੁਝ ਵੀ ਨਹੀਂ, ਤੁਰਿਆ ਹੀ ਫਿਰਦਾ। ਉਹਨੇ ਆਣ ਕੇ ਇਨਕਾਰ ਕਰ ਦਿੱਤਾ। ਵਿਚੋਲਿਆਂ ਦੇ ਥਰੂ ਸੁਨਾਹ ਭੇਜ ਦਿੱਤਾ ਵੀ ਤੁਹਾਡਾ ਲੜਕਾ ਮਨਾ ਕਰਦਾ, ਸ਼ਾਦੀ ਨਹੀਂ ਕਰਨੀ। ਜਦੋਂ ਮੈਨੂੰ ਪਤਾ ਲੱਗਾ ਘਰੇ ਆ ਕੇ ਵੀ ਉਹਨੇ ਐਸਾ ਕਿਹਾ, ਤੇ ਮੈਂ ਇਹ ਤੇ ਕਿਹਾ ਨਹੀਂ ਵੀ ਮੈਂ ਕੁਝ ਕਿਹਾ ਹੀ ਨਹੀਂ ਹੈ, ਪਰ ਮੈਂ ਸਮਝ ਗਿਆ ਵੀ ਲੜਕੀ ਦੇ ਪਿਤਾ ਨੇ ਕੀ ਸੋਚਿਆ ਹੋਵੇਗਾ। ਜੈਸੇ ਸੰਸਾਰੀ ਲੋਕ ਸੋਚਦੇ ਆ ਵੀ ਮੁੰਡਾ ਕਰਦਾ ਤੇ ਕੁਝ ਨਹੀਂ, ਜਦੋਂ ਕਰਦਾ ਹੀ ਨਹੀਂ ਕੁਝ, ਨਾ ਖੇਤੀ ਕਰਦਾ ਹੈ, ਨਾ ਕੋਈ ਬਾਹਰ ਦਾ ਕੰਮ ਕਰਦਾ ਹੈ, ਨਿਕੰਮਾ ਹੈ, ਫਿਰ ਸਾਡੀ ਲੜਕੀ ਨੂੰ ਕੀ ਖਵਾਊਗਾ। ਇੱਦਾਂ ਹੀ ਸੋਚਦੇ ਹਨ। ਦੇਖੋ, ਫਿਰ ਸੰਸਾਰ ਦੇ ਵਿੱਚ ਵਿਚਰਨ ਕਰਦੇ ਸਮੇਂ ਵੀ ਬਹੁਤ ਐਸੇ ਲੋਕ ਮਿਲੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੰਸਾਰ ਵਿੱਚ ਲਾਉਣ ਵਾਸਤੇ। ਬਹੁਤ ਗੀਤਕਾਰ ਮਿਲੇ, ਸੰਗੀਤਕਾਰ, ਕੀਰਤਨੀ। ਇੱਕ ਤੇ ਐਸੇ ਸਨ ਜਿਨ੍ਹਾਂ ਨੇ ਕਹਿ ਕੇ ਉਹ ਕਰਵਾਉਣਾ ਵੀ ਸ਼ੁਰੂ ਕਰ ਦਿੱਤਾ ਸੀ ਵੀ ਤੁਸੀਂ ਕੀਰਤਨ ਕਰ ਸਕਦੇ ਹੋ, ਕਰੋ। ਉਹ ਤੰਤੀ ਸਾਜ਼ ਵਜਾਓ। ਪਰ ਖਿਆਲ ਆਉਂਦਾ ਸੀ ਵੀ ਅਗਰ ਇਹ ਸਿੱਖ ਵੀ ਗਿਆ ਗਾਉਣਾ ਵਜਾਉਣਾ, ਵੀ ਫਿਰ ਕੀ ਮਿਲੂਗਾ। ਸਟੇਜਾਂ 'ਤੇ ਭੱਜਾ ਫਿਰੂੰਗਾ ਲੋਕਾਂ ਨੂੰ ਕੀਰਤਨ ਸੁਣਾਉਂਦਾ, ਤੇ ਕੀਰਤਨੀਆਂ ਨੂੰ ਕਿਹੜਾ ਸ਼ਾਂਤੀ ਮਿਲ ਗਈ, ਕੋਈ ਟਿਕਾ ਤੇ ਮਿਲਿਆ ਨਹੀਂ। ਉੱਦਾਂ ਹੀ ਸੰਸਾਰੀਆਂ ਵਾਂਗੂ ਭੱਜੇ ਫਿਰਦੇ ਆ। ਉਹ ਪਰੇਸ਼ਾਨੀਆਂ, ਉਹ ਦੁੱਖ, ਉਹ ਕਲੇਸ਼, ਤੇ ਛੱਡ ਦਿੰਦਾ ਵੀ ਇਹ ਕਰਕੇ ਵੀ ਨਹੀਂ ਮਿਲਣਾ। ਤੇ ਇੱਕ ਐਸੇ ਵਿਦਵਾਨ ਪੁਰਸ਼ ਵੀ ਮਿਲ ਪਏ ਜਿਨ੍ਹਾਂ ਦੇ ਕੋਲ ਬਹੁਤ ਉੱਚ ਕੋਟੀ ਦੇ ਗਿਆਨੀ ਬਣੇ ਹੋਏ ਹਨ, ਜਿਹੜੇ ਤਖਤਾਂ 'ਤੇ ਕਥਾ ਕਰਦੇ ਹਨ ਜਾਂ ਹੋਰ ਪ੍ਰਸਿੱਧ ਹਨ। ਉਹਨਾਂ ਨੇ ਕਿਹਾ ਵੀ ਤੁਸੀਂ ਗਿਆਨੀ ਬਣ ਸਕਦੇ ਹੋ, ਜਿਵੇਂ ਕਥਾਵਾਚਕ, ਪ੍ਰਚਾਰਕ। ਫਿਰ ਕਹਿੰਦੇ ਨਾ ਗਿਆਨੀ ਦੀ ਸਾਰੀ ਜਗ੍ਹਾ ਹੀ ਪੂਜਾ ਹੁੰਦੀ ਹੈ, ਵਿਦਵਾਨ। ਮੈਂ ਉਹਨਾਂ ਨੂੰ ਵੀ ਇਹੋ ਹੀ ਗੱਲ ਕਹੀ ਵੀ ਸਟੇਜਾਂ 'ਤੇ ਕਥਾ ਕਰੀ ਜਾਵਾਂਗੇ, ਮਿਲੂਗਾ ਕਿ? ਉਹ ਤੇ ਕਰ ਹੀ ਰਹੇ ਹਾਂ, ਦੇਖ ਹੀ ਰਹੇ ਹਾਂ।
ਜਿੱਦਾਂ ਦੇ ਕਥਾਵਾਚਕ ਹਾਂ ਇੱਦਾਂ ਦੇ ਬਣ ਜਾਵਾਂਗੇ, ਫਿਰ ਕੀ ਹੋ। ਇਸ ਕਰਕੇ ਕਿਤੇ ਕਾਮਯਾਬ ਨਹੀਂ ਹੋਏ ਤਾਂ ਤੁਸੀਂ ਸੋਚ ਸਕਦੇ ਹੋ ਵੀ ਇੱਧਰ ਜਿਹੜਾ ਬੌਧਿਕ ਸਥਰ ਹੈ ਜਾਂ ਕਹਿ ਲਈਏ ਸਮਝ ਹੈ, ਉਹ ਤੁਹਾਡੇ ਨਾਲੋਂ ਜ਼ਿਆਦਾ ਤੇ ਹੋ ਨਹੀਂ ਸਕਦੀ। ਤਕਰੀਬਨ ਸੁਣਨ ਵਾਲੇ ਸਾਰੇ ਹੀ ਜ਼ਿਆਦਾ ਬੁੱਧੀਮਾਨ ਹੋਣਗੇ, ਕਿਉਂਕਿ ਕੋਈ ਨਾ ਕੋਈ ਕੰਮ ਦੇ ਵਿੱਚ ਹਰ ਇੱਕ ਕਾਮਯਾਬ ਹੋਇਆ ਹੀ ਹੈ ਨਾ। ਬੱਚੇ ਪੈਦਾ ਕੀਤੇ, ਪਾਲ ਰਹੇ ਹਨ, ਕੋਈ ਹੋਰ ਕੰਮ ਦੇ ਵਿੱਚ ਕਾਮਯਾਬ ਹੋਏ, ਕੁਛ ਨਾ ਕੁਛ ਤੇ ਹੋਇਆ, ਕੁਛ ਨਾ ਕੁਛ ਤੇ ਕੀਤਾ। ਇਸ ਕਰਕੇ ਜ਼ਿਆਦਾ ਹੀ ਸਮਝ ਹੋਊਗੀ ਨਾ। ਤੇ ਇਸ ਕਰਕੇ ਮੈਂ ਸਮਝ ਦੇ ਤਲ ਤੇ ਸਾਰਿਆਂ ਨੂੰ ਨਮਨ ਕਰਦਾ ਹਾਂ। ਤੁਸੀਂ ਸਮਝ ਦੇ ਤਲ ਤੇ ਅੱਗੇ ਹੋ, ਤੁਹਾਨੂੰ ਸੰਸਾਰ ਬਾਰੇ ਜ਼ਿਆਦਾ ਸਮਝ ਹੈ। ਮੈਨੂੰ ਤਾਂ ਇੱਥੇ ਕਈ ਵਾਰ ਕੰਮ ਕਰਨ ਵਾਲੇ ਗੁਰਮੁਖ ਪਿਆਰੇ ਪੁੱਛ ਲੈਂਦੇ ਹਨ, ਸੇਵਾ ਕਰਦੇ ਹਨ ਵੀ ਇਹ ਕਿਵੇਂ ਕਰੀ। ਮੈਂ ਦੱਸ ਕੇ ਬਾਅਦ ਵਿੱਚ ਕਹਿ ਦਿੰਦਾ ਹਾਂ ਵੀ ਤੁਸੀਂ ਆਪੇ ਕਰਕੇ ਦੇਖ ਲਓ, ਜਿੱਦਾਂ ਤੁਹਾਨੂੰ ਠੀਕ ਲੱਗਦਾ ਕਰ ਲਓ। ਮੈਨੂੰ ਪਤਾ ਹੈ ਵੀ ਜੋ ਮੈਂ ਕਹਿ ਰਿਹਾ ਹਾਂ ਇਹ ਤਾਂ ਸਿਰਫ ਇੰਨੀ ਜਾਣਕਾਰੀ ਦੁਆਰਾ ਥੋੜ੍ਹੀ ਕਹਿ ਰਿਹਾ, ਸੰਸਾਰਿਕ ਨੌਲੇਜ ਦੁਆਰਾ। ਗਿਆਨਵਾਨ ਪੁਰਸ਼ ਨੂੰ ਸੰਸਾਰਿਕ ਨੌਲੇਜ ਥੋੜ੍ਹੀ ਹੁੰਦੀ ਹੈ ਬਹੁਤ। ਅਗਰ ਹੁੰਦੇ ਹੀ ਤੁਸੀਂ ਖਿਆਲ ਕਰੋ ਵੀ ਭਗਤ ਕਬੀਰ ਜੀ ਉਹ ਹੱਥ ਦੇ ਨਾਲ ਹੀ ਖੱਡੀ ਚਲਾਉਂਦੇ ਰਹਿੰਦੇ, ਉੱਥੇ ਫੈਕਟਰੀ ਨਾ ਲਾ ਲੈਂਦੇ ਖੱਡੀਆਂ ਦੀ, ਜੇ ਦਿਮਾਗ ਹੀ ਹੁੰਦਾ। ਭਗਤ ਰਵਿਦਾਸ ਦੀ ਜੁੱਤੀਆਂ ਦੀ ਫੈਕਟਰੀ ਲਾ ਲੈਂਦੇ ਉੱਥੇ। ਸੰਸਾਰਿਕ ਜੋ ਬੋਧ ਹੈ ਨਾ, ਉਹਦੇ ਵਾਸਤੇ ਬੁੱਧੀ ਚਾਹੀਦੀ ਹੈ। ਖਿਆਲ ਵਿੱਚ ਰੱਖੋ, ਬੁੱਧੀ ਜਿਹੜੀ ਹੈ ਸੰਸਾਰ ਵਾਸਤੇ ਪੈਦਾ ਹੋਈ ਹੈ, ਤੇ ਸੰਸਾਰ ਦੇ ਵਿੱਚ ਵਿਕਾਸ ਕਰਨਾ ਹੋਏ ਤੇ ਬੁੱਧੀ ਦੀ ਲੋੜ ਹੁੰਦੀ ਹੈ। ਅਧਿਆਤਮ ਵਾਲੇ ਪਾਸੇ ਬੁੱਧੀ ਦੀ ਲੋੜ ਨਹੀਂ ਹੈ। ਇਹ ਤੁਹਾਨੂੰ ਖਿਆਲ ਵਿੱਚ ਨਹੀਂ ਆਵੇਗੀ ਗੱਲ, ਪਰ ਐਸਾ ਹੀ ਹੈ। ਕਿਉਂਕਿ ਤੁਸੀਂ ਉਦੋਂ ਪਰਮਾਤਮਾ ਦੇ ਵਿੱਚ ਹੀ ਸੀ ਜਦੋਂ ਤੁਹਾਡੇ ਕੋਲ ਬੁੱਧੀ ਨਹੀਂ ਸੀ, ਜਾਂ ਕਹਿ ਲਈ ਜਦੋਂ ਤੁਹਾਡਾ ਧਿਆਨ ਲੱਗਾ ਸੀ, ਲਿਵ ਲੱਗੀ ਸੀ ਮਾਤਾ ਦੇ ਗਰਭ ਦੇ ਵਿੱਚ, ਜਾਂ ਉਸ ਤੋਂ ਪਹਿਲਾਂ। ਉਦੋਂ ਬੁੱਧੀ ਥੋੜ੍ਹੀ ਸੀ। ਛੋਟੇ ਬੱਚੇ ਕੋਲ ਵੀ ਇੰਨੀ ਬੁੱਧੀ ਨਹੀਂ ਹੁੰਦੀ। ਵੇਖ ਲਓ, ਬੁੱਧੀ ਜਿੰਨੀ ਘੱਟ ਸੀ ਉਨਾ ਜ਼ਿਆਦਾ ਬੱਚਾ ਸੁਖੀ ਸੀ। ਤੁਸੀਂ ਖਿਆਲ ਕੀਤਾ ਹੈ ਕਦੇ? ਤੁਸੀਂ ਅਬੁੱਧੀ ਚੋਂ ਆਏ ਹੋ ਨਾ, ਤੇ ਵਾਪਸ ਫਿਰ ਅਬੁੱਧੀ 'ਚ ਜਾਣਾ ਹੈ। ਅਬੁੱਧੀ 'ਚ ਨਹੀਂ ਜਾਣਾ ਹੈ, ਬੁੱਧੀ ਤੋਂ ਵੀ ਪਾਰ ਜਾਣਾ ਹੈ। ਬਾਲਕ ਅਬੁੱਧੀ 'ਚ ਹੈ। ਗਿਆਨਵਾਨ ਬੋਧਵਾਨ ਹੈ, ਬੁੱਧੀ ਤੋਂ ਵੀ ਪਾਰ ਹੈ। ਪਰ ਪਹਿਲਾਂ ਪਿੱਛੇ ਨੂੰ ਜਾਓਗੇ ਤਾਂ ਹੀ ਹੋਵੇਗਾ ਨਾ। ਇਹ ਵਾਪਸ ਜਾਣਾ ਹੈ। ਇਹ ਅਕਸਰ ਮੈਂ ਕਹਿੰਦਾ ਹੁੰਦਾ ਹਾਂ ਵੀ ਐਵੇਂ ਹੀ ਹੈ ਜਿਵੇਂ BA MA ਦਾ ਵਿਦਿਆਰਥੀ ਬੈਠ ਗਿਆ ਫਿਰ ਪਹਿਲੀ ਕਲਾਸ 'ਚ। ਬੈਠਣਾ ਸਿਖਾਲਾ ਹੈ, ਪਰ ਬੈਠਣਾ ਨਹੀਂ ਕੋਈ ਚਾਹੁੰਦਾ। ਹੁਣ ਬੁੱਧੀਹੀਣ ਹੋਣਾ ਚਾਹੁੰਦਾ ਹੈ ਕੋਈ? ਸੰਸਾਰ ਦੇ ਵਿੱਚ ਅਗਰ ਤੁਸੀਂ ਕੁਛ ਦਿਖਾਉਣਾ ਹੈ ਤਾਂ ਬੁੱਧੀ ਜ਼ਰੂਰੀ ਹੈ। ਬੁੱਧੀ ਦੁਆਰਾ ਹੀ ਗਿਆਨ ਦਿਖਾਇਆ ਜਾਂਦਾ ਹੈ ਨਾ, ਆਪਣਾ ਸਮਝ।
ਵੀ ਮੈਂ ਸਭ ਕੁਝ ਸਮਝਦਾ ਹਾਂ, ਜਾਣਦਾ ਹਾਂ, ਜਾਂ ਮੈਂ ਸਮਝ ਲੂੰਗਾ। ਵੀ ਤੁਸੀਂ ਦੱਸੋ ਤਾਂ ਸਹੀ, ਸਪਸ਼ਟ ਵੀ ਸੁਰਤੀ ਕਿੱਥੇ ਲਾਉਣੀ, ਧਿਆਨ ਕਿੱਥੇ ਲਾਉਣਾ। ਮੈਂ ਉਲਟੀ ਗੱਲ ਕਹਿ ਰਿਹਾ, ਮੈਂ ਕਹਿ ਰਿਹਾ ਹਾਂ ਧਿਆਨ ਛੱਡਣਾ ਹੈ। ਜਿਨ੍ਹਾਂ ਨੇ ਲਾਉਣ ਵਾਸਤੇ ਕਿਹਾ ਵੀ ਸੀ ਨਾ, ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਇਹੋ ਹੀ ਮੰਜ਼ਿਲ ਹੈ। ਉਹ ਸਿਰਫ ਬਾਹਰੋਂ ਸੁਰਤੀ ਨੂੰ ਹਟਾਉਣ ਵਾਸਤੇ ਧਿਆਨ ਲਾਉਣਾ ਸੀ, ਲਾਉਣ ਵਾਸਤੇ ਕਿਹਾ ਸੀ। ਸ਼ਬਦ ਦੇ ਵਿੱਚ ਸੁਰਤ ਜੋੜੋ, ਸ਼ਬਦ ਨੂੰ ਸੁਣੋ, ਤਾਂ ਕਿ ਬਾਹਰੋਂ ਧਿਆਨ ਹਟੇ, ਬਾਹਰਲੇ ਸ਼ਬਦ, ਬਾਹਰਲੇ ਵਿਚਾਰਾਂ ਤੋਂ ਹਟੇ। ਟਿਕਾਉਣ ਵਾਸਤੇ ਹੀ ਹੈ ਨਾ ਸ਼ਬਦ। ਸ਼ਬਦ ਇੱਕ ਸਹਾਰਾ ਹੈ, ਪਰ ਉਹ ਸਹਾਰੇ ਨੂੰ ਵੀ ਛੱਡਣਾ ਹੈ ਤਾਂ ਮਨ ਛੁੱਟੂਗਾ ਨਾ। ਹਰ ਵਿਸ਼ੇ ਨੂੰ ਹੀ ਛੱਡਣਾ ਹੈ। ਅਗਰ ਵਿਸ਼ੇ 'ਤੇ ਵੀ ਅਟਕਿਆ ਰਿਹਾ ਤੇ ਤਾਂ ਵੀ ਮਨ ਦੇ ਤਲ 'ਤੇ ਹੀ ਅਟਕਿਆ ਹੋਇਆ, ਤੇ ਬਾਹਰੋਂ ਧਿਆਨ ਹਟਾਉਣ ਵਾਸਤੇ ਲਾਉਣਾ। ਕਿਤੇ ਵੀ ਲਾਓ, ਹਟਾਉਣ ਵਾਸਤੇ ਲਾਓ। ਇਹ ਗੱਲ ਮੇਰੀ ਸਪਸ਼ਟ ਹੈ। ਮੈਂ ਕਹਿੰਦਾ ਧਿਆਨ ਛੱਡਣਾ ਹੈ ਟੋਟਲੀ। ਲਾਉਣਾ ਵੀ ਜਿੱਥੇ ਹੈ ਉਹ ਵੀ ਛੱਡਣਾ ਹੈ। ਉਹ ਵੀ ਮੰਜ਼ਿਲ ਨਹੀਂ ਹੈ। ਐਸਾ ਕਿਹਾ ਵੀ ਹੈ ਨਾ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਕਤ ਕਹਾਣੀ। ਕਹਿੰਦੇ ਧੁਨ ਦੇ ਵਿੱਚ ਧਿਆਨ ਲਾਇਆ, ਫਿਰ ਉਸ ਧਿਆਨ ਨੂੰ ਧਿਆਨ ਦੇ ਵਿੱਚ ਜਾਣਿਆ। ਜਿਹੜਾ ਪਿੱਛੇ ਧਿਆਨ ਲਾਉਣ ਵਾਲਾ ਹੈ ਉਹਦੇ ਵਿੱਚ ਜਾਣੇ, ਫਿਰ ਉਧਰ ਨੂੰ ਚਲੇ ਗਿਆ ਨਾ, ਜਾਣਨ ਵਾਲੇ ਵੱਲ। ਜਿਹੜਾ ਜਾਣ ਰਿਹਾ ਸੀ, ਧੁਨ ਵਿੱਚ ਧਿਆਨ ਲੱਗਿਆ ਹੋਇਆ, ਉਹਨੂੰ ਜਾਣਿਆ। ਧਿਆਨ ਮਹਿ ਜਾਣੇ ਅਕਥ ਕਹਾਣੀ। ਉਹ ਉਦੋਂ ਜਾਣਦਾ ਹੈ, ਸਮਝਦਾ ਨਹੀਂ ਹੈ। ਸਮਝਦੇ ਤਲ 'ਤੇ ਉਹ ਗੱਲ ਨਹੀਂ ਸਮਝੀ ਜਾਵੇਗੀ। ਅਕਥ ਕਹਾਣੀ ਜਿਹੜੀ, ਤੇ ਧਿਆਨ ਛੱਡਣਾ ਹੈ। ਸਿਰਫ ਸਮਝ ਲੈਣਾ ਹੀ ਕਾਫੀ ਨਹੀਂ ਹੈ। ਖਿਆਲ ਵਿੱਚ ਰੱਖੋ, ਇੱਕੋ ਕਥਾ ਥੋੜ੍ਹੀ ਹੋ ਰਹੀ ਹੈ। ਤੁਸੀਂ ਸਮਝਣ ਦੇ ਤਲ 'ਤੇ ਸਮਝ ਲੈਂਦੇ ਹੋ। ਅਗਰ ਤੁਸੀਂ ਸਮਝਦੇ ਰਹੇ ਤੇ ਫਿਰ ਤੁਸੀਂ ਉਲਟੇ ਪਾਸੇ ਜਾਓਗੇ, ਸੰਸਾਰ ਵਾਲੇ ਪਾਸੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸਮਝਦਾਰ ਅਕਸਰ ਅਧਿਆਤਮਕ ਤੋਂ ਵਾਂਝੇ ਰਹਿ ਜਾਂਦੇ ਹਨ। ਪੁਰਾਣੇ ਸਮਿਆਂ 'ਚ ਵੀ ਹੈ ਨਾ, ਪੰਡਤ ਸਾਰਿਆਂ ਨੂੰ ਪੜ੍ਹਿਆ ਲਿਖੇ ਨੂੰ ਕਿਹਾ ਸੀ ਜ਼ਿਆਦਾ। ਤੁਸੀਂ ਇਹ ਨਾ ਸਮਝ ਲਓ ਵੀ ਪੰਡਤ ਘੱਟ ਪੜ੍ਹੇ ਲਿਖੇ ਸਨ ਤੁਹਾਡੇ ਨਾਲ। ਬਹੁਤ ਗਿਆਨ ਸੀ ਉਹਨਾਂ ਨੂੰ, ਸਾਰੇ ਵੇਦਾਂ ਦਾ, ਸ਼ਾਸਤਰਾਂ ਦਾ, ਅਤੇ ਉਹਨਾਂ 'ਚ ਝੂਠ ਨਹੀਂ ਲਿਖਿਆ ਹੈ। ਗਿਆਨ ਠੀਕ ਹੀ ਹੈ। ਜਿਨ੍ਹਾਂ ਨੇ ਲਿਖਿਆ ਜਾਣ ਕੇ ਲਿਖਿਆ ਸੀ। ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਨਾ ਜੋ ਨਾ ਵਿਚਾਰੇ। ਤੁਸੀਂ ਵਿਚਾਰੇ ਨਹੀਂ ਹੈ, ਤਾਂ ਉਹਨਾਂ ਨੇ ਵਿਚਾਰੇ ਸਨ, ਸਮਝਦੇ ਸਨ। ਸਮਝਦੇ ਤਲ 'ਤੇ ਉਹਨਾਂ ਨੂੰ ਸਾਰਾ ਹੀ ਪਤਾ ਸੀ, ਪੂਰਾ ਹੀ ਗਿਆਨ ਸੀ ਪਰਮਾਤਮਾ ਬਾਰੇ, ਧਿਆਨ ਬਾਰੇ, ਸੁਰਤੀ ਬਾਰੇ। ਫਿਰ ਵੀ ਉਹਨਾਂ ਨੂੰ ਕਿਹਾ ਹੈ, ਆਪ ਡੂਬੇ ਚਾਹੋਂ ਵੇਦ ਮੇ ਚੇਲੇ ਦੀਏ ਬਾਹਰ। ਭਾਵ ਕਿ ਸਮਝਦੇ ਤਲ 'ਤੇ ਹੀ ਨਾ ਸਮਝ ਲਿਆ। ਤੇ ਸਮਝ ਜਿਹੜੀ ਹੈ ਨਾ, ਇਹ ਉਲਟੇ ਪਾਸੇ ਲੈ ਕੇ ਚਲੇ ਜਾਂਦੀ ਹੈ, ਸੰਸਾਰ ਵਾਲੇ ਪਾਸੇ।
ਹੰਕਾਰੀ ਹੋ ਜਾਂਦਾ ਹੈ ਆਦਮੀ। ਤੇ ਅਧਿਆਤਮ ਜਿਹੜਾ ਹੈ ਉਲਟੇ ਪਾਸੇ, ਇਹ ਸਮਝ ਨੂੰ ਛੱਡਣਾ ਹੈ। ਹਾਂ, ਸਮਝ ਜਿਹੜੀ ਹੈ ਛੱਡਣ ਵਾਸਤੇ ਕੰਮ ਆਉਂਦੀ ਹੈ। ਜਿਵੇਂ ਸੰਸਾਰ ਦੇ ਵਿੱਚ ਵਿਕਾਸ ਵਾਸਤੇ ਸਮਝ ਉਪਯੋਗੀ ਹੈ। ਜਿੰਨਾ ਜ਼ਿਆਦਾ ਵਿਕਾਸ ਕਰਨਾ ਹੈ ਉਹਨੇ ਸਮਝਦਾਰ ਹੋ, ਜਿੰਨੇ ਸਮਝਦਾਰ ਹੋਵੋਗੇ ਜ਼ਿਆਦਾ ਵਿਕਾਸ ਕਰੋਗੇ ਨਾ, ਸੰਸਾਰ 'ਚ ਜ਼ਿਆਦਾ ਤਰੱਕੀਆਂ ਹੋਣਗੀਆਂ ਤੇ ਸੰਸਾਰ ਵੱਲ ਨੂੰ ਜਾਊਗਾ ਆਦਮੀ। ਤੇ ਅਧਿਆਤਮ ਵੱਲ ਨੂੰ ਫਿਰ ਇਹਨੂੰ ਸਾਰੇ ਨੂੰ ਛੱਡਣਾ ਹੈ। ਛੱਡਣ ਵਾਸਤੇ ਸਮਝ ਦਾ ਉਪਯੋਗ ਕਰਨਾ ਵੀ ਜੋ ਪਕੜਿਆ ਹੈ ਬਾਹਰ ਸਮਝਦਾਰੀ ਕਰਕੇ ਆਪਣੇ ਆਪਣੇ ਬਣਾਏ ਹਨ, ਆਪਣਾ ਮੋਹ ਪਾਇਆ ਹੈ, ਆਪਣੇ ਖਿਆਲਾਤ ਜਮਾਏ ਹਨ ਬਾਹਰ, ਜਿੱਥੇ ਜਿੱਥੇ ਵੀ ਜੁੜਿਆ ਹੈ ਮਨ, ਉਹ ਤੋਂ ਹਟਾਉਣਾ ਹੈ। ਉਹਦੇ ਵਾਸਤੇ ਬੁੱਧੀ ਉਪਯੋਗੀ। ਪਰਮਾਤਮਾ ਨੂੰ ਪਾਉਣ ਵਾਸਤੇ ਬੁੱਧੀ ਦਾ ਉਪਯੋਗ ਨਹੀਂ ਹੋਵੇਗਾ। ਬੁੱਧੀ ਦਾ ਉਪਯੋਗ ਝੂਠ ਨੂੰ ਛੱਡਣ ਵਾਸਤੇ, ਅਸਤ ਨੂੰ ਛੱਡਣ ਵਾਸਤੇ, ਸੰਸਾਰ ਵੱਲੋਂ ਧਿਆਨ ਹਟਾਉਣ ਵਾਸਤੇ ਉਪਯੋਗ ਕਰਨਾ ਹੈ। ਤੇ ਜਦੋਂ ਹਟ ਗਿਆ ਪੂਰਾ ਦਾ ਪੂਰਾ ਹੈ, ਜਿਵੇਂ ਤੁਸੀਂ ਕਿਹਾ ਹੈ ਨਾ ਵੀ ਵਰਤਮਾਨ 'ਚ ਆ ਗਿਆ। ਹਾਂ, ਕੁਛ ਕੁ ਆਏ ਹੋਏ ਹਨ ਵਰਤਮਾਨ ਦੇ ਵਿੱਚ, ਤੇ ਜਿਹੜੇ ਵਰਤਮਾਨ ਦੇ ਵਿੱਚ ਆਏ ਹਨ ਨਾ, ਤਾਂ ਉਹਨਾਂ ਵਾਸਤੇ ਹੈ ਵੀ ਵਰਤਮਾਨ ਦੇ ਵਿੱਚ ਹੋਰ ਗਹਿਰਾਈ ਦੇ ਵਿੱਚ ਉਤਰਦੇ ਜਾਣਾ ਹੈ, ਵਰਤਮਾਨ ਦੇ ਸਾਕਸ਼ੀ ਹੁੰਦੇ ਜਾਣਾ ਹੈ। ਸੋਚਣਾ ਨਹੀਂ ਹੈ ਵਰਤਮਾਨ ਬਾਰੇ, ਅੱਗੇ ਪਿਛਲੇ ਦਾ ਸੋਚਣਾ ਨਹੀਂ ਹੈ, ਵਰਤਮਾਨ ਬਾਰੇ ਵੀ ਨਹੀਂ ਸੋਚਣਾ ਹੈ। ਇਹਦੇ ਸਾਕਸ਼ੀ ਹੋਣਾ ਹੈ, ਦੇਖਦੇ ਰਹਿਣਾ ਹੈ, ਤਟਸਥ ਹੋ ਜਾਣਾ ਹੈ, ਕੁਟਸਥ ਹੋ ਜਾਣਾ ਹੈ ਤੇ ਦੇਖਦੇ ਰਹਿਣਾ ਹੈ। ਤੇ ਜੇ ਅਗਰ ਤੁਸੀਂ ਦੇਖਦੇ ਰਹੇ ਵਰਤਮਾਨ ਦੇ ਵਿੱਚ ਬੈਠ ਕੇ ਜੋ ਕੁਛ ਹੋ ਰਿਹਾ ਹੈ, ਤੇ ਤੁਸੀਂ ਪਿੱਛੇ ਹੁੰਦੇ ਜਾਓਗੇ ਸਮੇਂ ਦੇ ਵਿੱਚ, ਹੋਰ ਉਤਰਦੇ ਜਾਓਗੇ ਗਹਿਰੇ। ਜਿਵੇਂ ਇਵੇਂ ਸਮਝ ਲਵੋ ਵੀ ਇੱਕ ਛਣ ਕਿਆ ਹੈ, ਤੇ ਜਿਹੜਾ ਛਣ ਵੀ ਹੈ ਉਹਦੇ ਵਿੱਚ ਵੀ ਕਾਫੀ ਜਗ੍ਹਾ ਹੈ ਨਾ। ਜਿਵੇਂ ਇੱਕ ਸਕਿੰਟ ਹੈ, ਸਕਿੰਟ ਦੇ ਵਿੱਚ ਵੀ ਜਗ੍ਹਾ ਹੈ, ਤਾਂ ਹੋਰ ਛੋਟੀ ਜਗ੍ਹਾ ਦੇ ਵਿੱਚ ਸਮਾਉਣਾ ਹੈ, ਹੋਰ ਛੋਟੀ ਜਗ੍ਹਾ ਦੇ ਵਿੱਚ ਸੁਰਤ ਨੇ ਸਮਾਉਣਾ ਹੈ, ਹੋਰ ਛੋਟੀ ਜਗ੍ਹਾ ਦੇ ਵਿੱਚ ਸੁਰਤ ਸਮਾ ਜਾਂਦੀ ਹੈ। ਹੌਲੀ 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 ਮਿਟਦੀ ਜਾਂਦੀ, ਪਿੱਛੇ ਮਿਟਦਾ ਜਾਂਦਾ ਪਿੱਛੇ, ਤੇ ਫਿਰ ਸਮੇਂ ਤੋਂ ਬਾਹਰ ਹੋ ਜਾਂਦਾ, ਵਰਤਮਾਨ ਤੋਂ ਵੀ ਬਾਹਰ ਗਹਿਰਾਈ 'ਚ ਪਹੁੰਚ ਗਿਆ। ਤੇ ਜਿਹੜਾ ਸਮੇਂ ਤੋਂ ਬਾਹਰ ਹੋ ਕੇ ਅਕਾਲਾਤੀਤ ਅਕਾਲ ਪੁਰਖ ਦੇ ਨਾਲ ਇੱਕ ਹੋ ਗਏ। ਪਰ ਇਹ ਤੁਹਾਨੂੰ ਬੁੱਧੀ ਦੁਆਰਾ ਥੋੜ੍ਹੀ ਸਮਝ ਵਿੱਚ ਆਵੇਗੀ। ਕੁਛ ਐਸਾ ਹੈ ਜਿਹੜਾ ਬੁੱਧੀ ਦੁਆਰਾ ਤੁਸੀਂ ਸਮਝ ਹੀ ਨਹੀਂ ਸਕਦੇ। ਲੱਖ ਬੁੱਧੀ ਦਾ ਉਪਯੋਗ ਕਰ ਲਓ, ਨਹੀਂ ਸਮਝ ਵਿੱਚ ਆਵੇਗਾ। ਤੇ ਸਮਝਣ ਦੇ ਵੱਲ ਨਾ ਜਾਓ, ਬਸ ਸਮਝ ਦਾ ਇਹੋ ਹੀ ਉਪਯੋਗ ਕਰੋ ਵੀ ਹੌਲੀ ਹੌਲੀ ਧਿਆਨ ਹਟਾਓ। ਦੇਖੋ, ਤੁਸੀਂ ਧਿਆਨ ਲਾਉਣ ਵਾਸਤੇ ਆਦਮੀ ਪੁੱਛਦਾ ਹੈ, ਵਾਰ-ਵਾਰ ਪੁੱਛਦੇ ਹਨ ਲੋਕ, ਧਿਆਨ ਲਾਉਣਾ ਹੈ। ਧਿਆਨ ਹਟਾਉਣ ਵਾਸਤੇ ਕੋਈ ਨਹੀਂ ਪੁੱਛਦਾ, ਕਿਉਂਕਿ ਇਹ ਕੰਮ ਔਖਾ ਹੈ ਨਾ, ਹਟਾਉਣਾ ਔਖਾ ਹੈ ਆਪਣੇ ਆਪ ਵੱਲੋਂ, ਸੰਸਾਰ ਵੱਲੋਂ। ਤੁਸੀਂ ਸਮਝ ਲਓ ਸੰਸਾਰ ਭੁੱਲਣਾ ਹੈ, ਤੁਸੀਂ ਭੁੱਲਣਾ ਚਾਹੁੰਦੇ ਹੋ। ਜੇ ਸੰਸਾਰ ਭੁੱਲ ਗਿਆ ਤੁਸੀਂ ਵੀ ਨਹੀਂ ਰਹੋਗੇ, ਖਿਆਲ ਵਿੱਚ ਰੱਖੋ, ਕਿਉਂਕਿ ਸੰਸਾਰ ਨੂੰ ਯਾਦ ਕਰਕੇ ਹੀ ਤੁਸੀਂ ਆਪਣੀ ਹੋਂਦ ਬਣਾਉਂਦੇ ਹੋ। ਤੁਸੀਂ ਕੌਣ ਹੋ, ਸੰਸਾਰ ਨੂੰ ਖਿਆਲ ਵਿੱਚ ਰੱਖ ਕੇ ਹੀ ਬਣਾ ਰਹੇ ਹੋ ਆਪਣੀ ਹੋਂਦ ਨੂੰ। ਸੰਸਾਰ ਭੁੱਲ ਗਿਆ ਤੁਸੀਂ ਵੀ ਰਹੋਗੇ ਥੋੜ੍ਹੀ।
ਇਸ ਕਰਕੇ ਸੰਸਾਰ ਨੂੰ ਭੁੱਲਣਾ ਨਹੀਂ ਚਾਹੁੰਦਾ ਹੈ। ਆਦਮੀ ਡਰਦਾ ਹੈ ਸੰਸਾਰ ਨੂੰ ਭੁੱਲਣ ਤੋਂ, ਵੀ ਜੇ ਭੁੱਲ ਹੀ ਗਿਆ ਤਾਂ ਫਿਰ ਕੀ ਰਿਹਾ ਹੀ ਨਹੀਂ। ਤੇ ਭੁੱਲਣਾ ਨਹੀਂ ਕੋਈ ਚਾਹੁੰਦਾ। ਧਿਆਨ ਲਾਉਣ ਬਾਰੇ ਪਾਸ ਪੁੱਛਦੇ ਆ, ਪਰ ਧਿਆਨ ਸਿਰਫ ਲਾਇਆ ਹੀ ਥੋੜ੍ਹੀ ਲੱਗ ਜਾਂਦਾ, ਹਟਾਇਆ ਲੱਗਦਾ। ਇਸ ਕਰਕੇ ਮੈਂ ਕਹਿੰਦਾ ਹਟਾਓ, ਆਪਣੇ ਆਪ ਹੀ ਲੱਗੇਗਾ, ਸਹਿਜ ਲੱਗੇਗਾ। ਜਿੱਥੇ ਵੀ ਲਾਓਗੇ ਸਹਿਜ ਲੱਗੇਗਾ। ਫਿਰ ਜਿੱਥੇ ਲਾਉਣਾ ਹੈ ਉੱਥੋਂ ਵੀ ਹਟਾਉਣਾ ਹੈ। ਧਿਆਨ ਹਰ ਵਿਸ਼ੇ ਤੋਂ ਹਟਾਉਣਾ ਹੈ, ਹਰ ਇੰਦਰੀ ਤੋਂ ਹਟਾਉਣਾ ਹੈ, ਪਿੱਛੇ ਨੂੰ ਜਾਈ ਜਾਣਾ। ਤੇ ਤੁਸੀਂ ਇਹ ਨਾ ਪੁੱਛੋ ਵੀ ਤੁਸੀਂ ਸਪਸ਼ਟ ਦੱਸੋ ਵੀ ਧਿਆਨ ਲਾਉਣਾ ਕਿੱਥੇ ਹੈ। ਤੁਸੀਂ ਇਹ ਪੁੱਛੋ ਵੀ ਧਿਆਨ ਛੱਡਣਾ ਕਿਵੇਂ ਹੈ। ਅਗਰ ਤੁਸੀਂ ਛੱਡ ਦਿੱਤਾ, ਸੱਤ ਵੱਲੋਂ ਧਿਆਨ ਹਟ ਗਿਆ ਨਾ, ਤੇ ਤੁਸੀਂ ਜਾਣੋਗੇ ਤੁਸੀਂ ਸੱਤ ਵਿੱਚ ਹੀ ਬੈਠੇ ਹੋਏ ਹੋ। ਬਾਹਰ ਥੋੜ੍ਹੀ ਹੈ ਇੱਥੇ ਕੁਝ, ਸਭ ਉਹਦੇ ਵਿੱਚ ਹੀ, ਤੇ ਵਿੱਚੇ ਹੀ ਸਭ ਕੁਛ ਵਰਤ ਰਿਹਾ ਹੈ, ਹੋ ਰਿਹਾ ਹੈ। ਇੱਧਰ ਬੋਲਿਆ ਜਾ ਰਿਹਾ ਹੈ, ਤੁਸੀਂ ਸੁਣ ਰਹੇ ਹੋ, ਪਰ ਤੁਸੀਂ ਸੋਚ ਲੈਂਦੇ ਹੋ ਕੋਈ ਸਾਨੂੰ ਸਮਝਾ ਰਿਹਾ ਹੈ। ਇਸੇ ਕਰਕੇ ਹੀ ਤੁਸੀਂ ਨਾਰਾਜ਼ ਹੋ ਜਾਂਦੇ ਹੋ। ਆਹ ਦੇਖੋ, ਇਹ ਜੋ ਸਵਾਲ ਵੀ ਕਿਹਾ ਗਿਆ ਹੈ ਨਾ, ਤੇ ਇਹਨੇ ਆਪਣੇ ਨਾਂ ਦੇ ਮੂਹਰੇ ਨੰਨਾ ਲਾ ਲਿਆ। ਤੇ ਮੈਂ ਇਹਨੂੰ ਇਹੋ ਹੀ ਕਹਿੰਦਾ ਹਾਂ ਵੀ ਖਿਆਲ ਰੱਖ, ਆਪਣੇ ਨਾਂ ਦੇ ਅੱਗੇ ਨੰਨਾ ਅਗਰ ਤੂੰ ਨਾਂ ਲਾਉਣ ਦੇਵੇਂਗਾ ਨਾ, ਨਾਂ ਲੱਗੇਗਾ, ਤੂੰ ਨਾਰਾਜ਼ ਨਾ ਹੋਵੇਂਗਾ, ਤੇ ਹੌਲੀ ਹੌਲੀ ਆਪਣੇ ਆਪ ਹੀ ਤੂੰ ਰਾਜੀ ਹੁੰਦਾ ਜਾਵੇਂਗਾ। ਰਾਜੀ ਹੋਵੇਂਗਾ ਨਾ, ਤੇ ਜੇ ਤੂੰ ਰਾਜੀ ਹੋ ਜਾਵੇਂਗਾ ਫਿਰ ਸਵਾਲ ਕਿੱਥੇ ਹੋਣਗੇ। ਸਵਾਲ ਤੇ ਉਦੋਂ ਹੀ ਖੜੇ ਹੁੰਦੇ ਹਨ ਨਾ ਜਦੋਂ ਇਨਕਾਰ ਹੁੰਦਾ ਹੈ। ਸਵਾਲਾਂ ਕਰਕੇ ਮਨ ਜੀਂਦਾ ਹੈ, ਤੇ ਸਵਾਲ ਮਨ ਬਹੁਤ ਖੜੇ ਕਰਦਾ ਹੈ, ਕਿਉਂਕਿ ਮਨ ਮਰਨਾ ਨਹੀਂ ਚਾਹੁੰਦਾ ਹੈ। ਸਵਾਲ ਇਸ ਕਰਕੇ ਖੜੇ ਕਰਦਾ ਹੈ, ਬਹੁਤ ਖੜੇ ਕਰੇਗਾ। ਪਾਣੀ ਦੇ ਬੁੱਧ-ਬੁੱਧੇ ਵਾਂਗੂ ਸਵਾਲ ਉੱਠਦੇ ਹਨ ਪਿੱਛੇ। ਜਿੰਨੀ ਸਮਝ ਜ਼ਿਆਦਾ ਹੋਵੇਗੀ ਓਨਾ ਹੀ ਜ਼ਿਆਦਾ ਸਵਾਲ ਉੱਠਣਗੇ। ਤੇ ਤੁਸੀਂ ਸਵਾਲਾਂ ਦੀ ਚਿੰਤਾ ਨਾ ਕਰੋ, ਸਵਾਲਾਂ ਨੂੰ ਇੱਕ ਪਾਸੇ ਰੱਖ ਦਿਓ। ਮੈਂ ਇਹ ਕਿਹਾ ਸੀ ਤੁਸੀਂ ਸਿਰਫ ਸਿੱਧੇ ਸਪਸ਼ਟ ਭਾਵ ਦੇ ਨਾਲ ਸੁਣੋ, ਬੁੱਧੀ ਨੂੰ ਇੱਕ ਪਾਸੇ ਰੱਖ ਦਿਓ, ਤੇ ਸਾਫ਼-ਸਾਫ਼ ਤੁਹਾਨੂੰ ਸਮਝ ਵਿੱਚ ਆਵੇਗਾ। ਤੇ ਪ੍ਰਸ਼ਨ ਆਪਣੇ ਆਪ ਹੀ ਹੱਲ ਹੋਣਗੇ, ਬਾਹਰੋਂ ਨਹੀਂ ਹੋਣਗੇ। ਖਿਆਲ ਵਿੱਚ ਰੱਖਿਓ, ਐਸਾ ਨਹੀਂ ਵੀ ਮੈਂ ਜਵਾਬ ਦੇ ਦੂੰਗਾ ਤੇ ਤੁਹਾਡੇ ਸਵਾਲ ਹੱਲ ਹੋ ਜਾਣਗੇ। ਬਾਹਰੋਂ ਹੁੰਦੇ ਹੀ ਨਹੀਂ ਐਸੇ ਸਵਾਲ ਹੱਲ। ਅਧਿਆਤਮ ਦੇ ਸਵਾਲ ਬਾਹਰੋਂ ਥੋੜ੍ਹੀ ਹੱਲ ਹੁੰਦੇ, ਇਹ ਅੰਦਰੋਂ ਹੋਣਗੇ। ਜੋ ਤੁਸੀਂ ਉੱਥੇ ਪਹੁੰਚੋਗੇ ਨਾ, ਫਿਰ ਜਾਣੋਗੇ ਵੀ ਜੋ ਕਿਹਾ ਸੀ ਠੀਕ ਕਿਹਾ ਸੀ। ਅੰਦਰੋਂ ਹੋਣਗੇ ਹੱਲ। ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਸਮਝ ਦੇ ਤਲ ਤੇ ਨਾ ਸਮਝੋ, ਕਰੋ ਐਸਾ। ਹੌਲੀ ਹੌਲੀ ਹਟਾਓ ਧਿਆਨ। ਅਗਰ ਤੁਸੀਂ ਕਿਤੇ ਧਿਆਨ ਕਰਨਾ ਚਾਹੁੰਦੇ ਹੋ ਤੇ ਕਰਨਾ ਵੀ ਤਾਂ ਹੈ ਹਟਾਉਣ ਵਾਸਤੇ। ਫਿਰ ਇੱਕ ਹੋਰ ਵੀ ਸਮੱਸਿਆ ਹੈ। ਧਾਰਮਿਕ ਲੋਕ ਕੀ ਕਰਦੇ ਹਨ ਨਾ, ਜਿੱਥੇ ਧਿਆਨ ਕਰਦੇ ਹਨ ਉੱਥੇ ਧਿਆਨ ਵੀ ਕਰੀ ਜਾਂਦੇ ਹਨ, ਨਾਲ ਵਿਚਾਰ ਵੀ ਕਰੀ ਜਾਂਦੇ ਹਨ।
ਮਨ ਬਹੁਤ ਬਹੁਤ ਕੰਮ ਕਰਦਾ ਹੈ ਇਕੱਠੇ, ਸੋਚੀ ਵੀ ਜਾਂਦੇ ਆ। ਕੋਈ ਸਵਾਸਾਂ ਦਾ ਧਿਆਨ ਕਰ ਰਿਹਾ, ਨਾਲ ਨਾਲ ਮਾਈਂਡ ਵੀ ਚੱਲਦਾ, ਉਹਦਾ ਦਿਮਾਗ ਵੀ ਚੱਲਦਾ, ਦੋਵੇਂ ਕੰਮ ਕਰਦਾ ਹੈ। ਮਨ ਵਿਕਸਿਤ ਹੋ ਗਿਆ ਹੈ। ਪੁਰਾਣੇ ਸਮੇਂ 'ਚ ਐਸਾ ਹੁੰਦਾ ਸੀ ਕਿ ਧਿਆਨ ਇੱਕ ਜਗ੍ਹਾ ਟਿਕ ਜਾਂਦਾ ਸੀ। ਅਜੋਕੇ ਸਮੇਂ 'ਚ ਮਨ ਵਿਕਸਿਤ ਹੋ ਗਿਆ। ਤੁਸੀਂ ਦੇਖਿਆ ਨਹੀਂ, ਇੱਕ ਵਾਰ ਹੀ ਬੰਦਾ ਕਿੰਨੇ ਕਿੰਨੇ ਕੰਮ ਕਰਦਾ। ਆਹ ਡਰਾਈਵਿੰਗ ਕਰਨ ਵਾਲਾ ਚਾਰੇ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਰਿਹਾ ਹੈ, ਨਾਲ ਦੇਖ ਰਿਹਾ ਹੈ, ਕੋਈ ਕੋਲੇ ਬੈਠਾ ਜਵਾਬ ਵੀ ਦੇ ਰਿਹਾ ਹੈ। ਕਿੰਨੇ ਪਾਸੇ ਮਨ ਚੱਲ ਰਿਹਾ ਹੈ। ਮਨ ਦਾ ਬਹੁਤ ਵਿਕਾਸ ਹੋ ਗਿਆ ਹੈ। ਇਸ ਕਰਕੇ ਜਿਹੜੇ ਧਿਆਨ ਲਾਉਣ ਵਾਲੇ ਹਨ, ਉਹ ਧਿਆਨ ਵੀ ਲਾਉਂਦੇ ਹਨ ਅਤੇ ਹੋਰ ਵੀ ਕੁਛ ਕਰਦੇ ਰਹਿੰਦੇ ਹਨ। ਖਿਆਲਾਤ ਵੀ ਆਉਂਦੇ ਰਹਿੰਦੇ ਹਨ, ਉਹ ਵੀ ਚੱਲਦੇ ਰਹਿੰਦੇ ਆ। ਇਸ ਕਰਕੇ ਬਿਰਤੀ ਖਿੰਡੀ ਰਹਿੰਦੀ ਹੈ। ਅਤੇ ਮੈਂ ਜ਼ਿਆਦਾ ਵਧੀਆ ਤੁਹਾਨੂੰ ਮਾਰਗ ਦੱਸ ਰਿਹਾ ਹਾਂ। ਤੁਹਾਡੇ ਖਿਆਲ ਵਿੱਚ ਆ ਜਾਵੇ ਵੀ ਧਿਆਨ ਹਟਾਓ। ਜਦੋਂ ਹਟਾਓਗੇ ਫਿਰ ਬਾਹਰ ਸੋਚੇਗਾ ਹੀ ਨਹੀਂ ਮਨ। ਸੋਚ ਵਿਚਾਰ ਆਪੇ ਹੀ ਘਟਣੀ ਸ਼ੁਰੂ ਹੋ ਜਾਵੇ, ਆਪੇ ਹੀ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇ। ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਣ। ਫਿਰ ਆਪਣੇ ਆਪ ਹੀ ਸਹਿਜ ਹੁੰਦਾ ਜਾਵੇ। ਤੇ ਤੁਸੀਂ ਜੋ ਕਿਹਾ ਗਿਆ ਹੈ ਨਾ, ਉਹਨੂੰ ਕਰਨਾ ਸ਼ੁਰੂ ਕਰੋ। ਸਮਝੋ ਨਾ, ਇੱਧਰ ਸਮਝਣ ਵਾਸਤੇ ਨਹੀਂ ਕਿਹਾ ਜਾ ਰਿਹਾ ਹੈ। ਖਿਆਲ ਵਿੱਚ ਰੱਖਿਓ। ਤੇ ਇਸ ਮਿੱਤਰ ਪਿਆਰੇ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਤੇਰਾ ਨਾਮ ਬੜਾ ਵਧੀਆ ਹੈ ਰਾਜ। ਬਸ ਇਹਦੇ ਮੂਹਰੇ ਨੰਨਾ ਨਾ ਲਾਈ, ਨੰਨਾ ਨਾ ਲੱਗਣ ਦੇ। ਬਸ ਇੰਨਾ ਹੀ ਖਿਆਲ ਵਿੱਚ ਰੱਖ। ਤੇ ਹੌਲੀ ਹੌਲੀ ਤੂੰ ਆਪਣੇ ਆਪ ਹੀ ਰਾਜੀ ਹੋ ਜਾਵੇਂਗਾ। ਤੇ ਜਿਹੜਾ ਰਾਜੀ ਹੋ ਗਿਆ, ਸਵਸਥ ਹੋ ਗਿਆ, ਸਮੇਂ ਵਿੱਚ ਸਥਿਤ ਹੋ ਗਿਆ, ਸ਼ਾਂਤ ਹੋ ਗਿਆ, ਪਹੁੰਚ ਗਿਆ ਆਪਣੇ ਘਰ। ऐसा क्या भी है न, प्रभ की आज्ञा आत्म में चावे, जीवन मुक्त सुखा स्वीकार, समग्र स्वीकार, कर स्वीकार, कर स्वीकार, कर स्वीकार, कर स्वीकार, कर स्वीकार, कर स्वीकार, कर